ਹੁਣ ਔਰੰਗਜ਼ੇਬ ਇਸ ਗੱਲ ਦਾ ਪਛਤਾਵਾ ਕਰਦਾ ਹੈ ਔਰ ਆਪਣੇ ਪੁੱਤਰ ਨੂੰ ਕਹਿੰਦਾ, ਮੈਂ ਦੁਨੀਆ ਵਿੱਚ ਖਾਲੀ ਅਤੇ ਆਇਆ ਸਾਂ, ਪਰ ਜਾਂਦੀ ਵਾਰੀ ਪਾਪਾਂ ਦੀ ਭਾਰੀ ਪੰਡ ਲੈ ਕੇ ਜਾ ਰਿਹਾ। ਔਰੰਗਜ਼ੇਬ ਨੂੰ ਅਹਿਸਾਸ ਹੋਇਆ ਇਹਨਾਂ ਗੱਲਾਂ ਦਾ, ਗੁਰੂ ਸਾਹਿਬ ਜੀ ਦੇ ਲਿਖੇ ਉਸ ਹੁਕਮਨਾਮੇ ਤੋਂ, ਉਸ ਜਫਰਨਾਮੇ ਤੋਂ, ਔਰ ਇਹ ਬੜਾ ਪਛਤਾ ਰਿਹਾ ਹੁਣ ਕਿ ਮੈਂ ਪੂਰੀ ਜ਼ਿੰਦਗੀ ਕੋਈ ਚੰਗਾ ਨਹੀਂ ਕਰ ਸਕਿਆ। ਅੰਦਰ ਇੱਕ ਪਛਤਾਵਾ ਹੈ, ਅੰਦਰ ਇੱਕ ਪੀੜਾ ਹੈ, ਅੰਦਰ ਇੱਕ ਦਰਦ ਹੈ, ਜਿਹੜਾ ਦਰਦ ਇਸ ਨੇ ਮਹਿਸੂਸ ਕੀਤਾ। ਔਰ ਜੋ ਇਹ ਗੱਲ ਲਿਖਣੀ ਕਿ ਮੈਂ ਜਾਂਦੀ ਵਾਰੀ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ ਹਾਂ, ਪਤਾ ਨਹੀਂ ਕਿ ਮੇਰੇ ਕੀਤੇ ਗੁਨਾਹ ਬਦਲੇ ਮੈਨੂੰ ਕਿਤਨੀ ਕੁ ਸਜ਼ਾ ਮਿਲੇਗੀ। ਆਪਣੇ ਪੁੱਤਰ ਨੂੰ ਲਿਖਦਾ ਹੈ ਕਿ ਪੁੱਤਰ, ਜੋ ਮੈਂ ਗੁਨਾਹ ਕੀਤੇ ਨੇ, ਪਾਪ ਕੀਤੇ ਨੇ, ਪਤਾ ਨਹੀਂ ਰੱਬ ਦੀ ਦਰਗਾਹ ਵਿੱਚ, ਉਹਦੀ ਕਚਹਿਰੀ ਵਿੱਚ ਮੈਨੂੰ ਕਿਤਨੀ ਕੁ ਸਜ਼ਾ ਮਿਲੇਗੀ, ਮੈਨੂੰ ਨਹੀਂ ਪਤਾ। ਕਿੰਨਾ ਕੁ ਸਜ਼ਾ ਦਾ ਭਾਗੀ ਹੋਵਾਂਗਾ ਉੱਥੇ ਮੈਂ। ਹਮੀਦ ਉਦ ਦੀਨ, ਇੱਕ ਜੋ ਫਾਰਸੀ ਦਾ ਰਾਈਟਰ ਹੈ, ਉਹ ਆਪਣੀ ਪੁਸਤਕ ਵਿੱਚ 143 ਪੰਨਾ ਤੇ ਲਿਖਦਾ ਕਿ ਔਰੰਗਜ਼ੇਬ ਆਖਰੀ ਵਸੀਅਤ ਲਿਖਦਾ ਹੈ। ਜਿਵੇਂ ਕਿ ਬੱਚਿਆਂ ਨੂੰ ਵਸੀਅਤ ਦਿੰਦੇ ਨਾ ਕਰਕੇ, ਉਹ ਕਹਿੰਦੇ ਨੇ ਆਖਰੀ ਵਸੀਅਤ ਲਿਖਦਾ ਹੈ। ਤੇ ਉਸਨੇ ਸਰਾਣੇ ਹੇਠ ਉਹ ਕਾਗਜ਼ ਦੇ ਟੁਕੜੇ ਬਾਅਦ ਦੇ ਵਿੱਚ ਨਿਕਲੇ ਸਨ ਤੇ ਉਸਨੇ, ਰਾਈਟਰ ਨੇ ਉਸ ਨੂੰ ਆਪਣੀ ਕਿਤਾਬ ਦੇ ਵਿੱਚ ਲਿਖਿਆ। ਹਮੀਦ ਉਦ ਦੀਨ ਨਾਮ ਦਾ ਇੱਕ ਲਿਖਾਰੀ ਹੈ, ਉਸਦੀ ਕਿਤਾਬ ਦੇ ਪੰਨਾ ਨੰਬਰ 143 ਤੇ ਜੋ ਉਸਨੇ ਵਸੀਅਤ ਲਿਖ ਕੇ ਆਪਣੇ ਸਰਾਣੇ ਥੱਲੇ ਰੱਖੀ ਸੀ, ਜਦੋਂ ਔਰੰਗਜ਼ੇਬ ਮਰਿਆ ਤੇ ਉਹਦੇ ਸਰਾਣੇ ਥੱਲਿਓਂ ਜੋ ਵਸੀਅਤ ਨਿਕਲੀ ਸੀ, ਉਹ ਇਸ ਲਿਖਾਰੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ। ਉਹ ਲਿਖਦਾ ਹੈ ਇਸ ਵਸੀਅਤ ਦੇ ਵਿੱਚ ਜੋ ਲਿਖ ਰਿਹਾ ਸੀ, ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ ਹਾਂ। ਕਹਿੰਦਾ ਕੋਈ ਸ਼ੱਕ ਦੀ ਗੱਲ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ ਹਾਂ, ਪਰ ਅਫਸੋਸ ਹੈ ਕਿ ਕੋਈ ਭਲਾ ਕੰਮ ਨਹੀਂ ਕੀਤਾ। ਵਸੀਅਤ ਵਿੱਚ ਲਿਖ ਰਿਹਾ ਹੈ ਆਪਣੀ, ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਰਿਹਾ, ਪਰ ਕਹਿੰਦਾ ਮੈਨੂੰ ਅਫਸੋਸ ਹੈ ਕਿ ਮੈਂ ਕੋਈ ਭਲਾ ਕੰਮ ਨਹੀਂ ਕੀਤਾ। ਮੇਰੀ ਆਤਮਾ ਫਟਕਾਰ ਕੇ ਮੈਨੂੰ ਕਹਿ ਰਹੀ ਹੈ ਕਿ ਮੈਂ ਗੁਨਾਹਗਾਰ ਹਾਂ, ਮੈਂ ਗੁਨਾਹਗਾਰ ਹਾਂ, ਮੈਂ ਗੁਨਾਹਗਾਰ ਹਾਂ। ਇਹ ਆਪਣੇ ਉਸ ਵਸੀਅਤ ਵਿੱਚ ਲਿਖਦਾ ਹੈ। ਪਾਓਗੇ ਤੁਸੀਂ ਵੇਖੋ ਕਿ ਉਸ ਚਿੱਠੀ ਵਿੱਚ ਕਿੱਦਾਂ ਦੇ ਬੋਲ ਮੇਰੇ ਸਤਿਗੁਰ ਨੇ ਲਿਖੇ, ਜਿਹੜੇ ਬੋਲਾਂ ਤੋਂ ਐਡਾ ਪ੍ਰਭਾਵਿਤ ਹੋਇਆ ਕਿ ਪੂਰੀ ਜ਼ਿੰਦਗੀ ਦੀ ਜੋ ਪਿਕਚਰ ਸੀ ਗੁਨਾਹ ਦੀ, ਉਹ ਇਹਦੇ ਸਾਹਮਣੇ ਆ ਗਈ। ਬਾਣੀ ਵਿੱਚ ਇਹੀ ਖੂਬੀ ਹੈ ਕਿ ਬਾਣੀ ਮਨੁੱਖ ਦੇ ਅੰਦਰ ਦੀ ਸਾਰੀ ਗੱਲ ਸਾਹਮਣੇ ਰੱਖ ਦਿੰਦੀ ਹੈ। ਇਹ ਸ਼ਬਦ ਕਦੀ ਪੜ੍ਹ ਕੇ ਵੇਖਣਾ, ਮਹਾਰਾਜ ਕਹਿੰਦੇ ਨੇ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਇਹ ਸ਼ਬਦ ਕਦੀ ਪੂਰਾ ਪੜ੍ਹ ਕੇ ਵੇਖਣਾ। ਸਾਡੀ ਜ਼ਿੰਦਗੀ ਦੀ ਜੋ ਪਿਕਚਰ ਹੈ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖ ਦਿੱਤੀ। ਕਹਿੰਦੇ ਕੰਚਨ ਨਾਰੀ ਮੈਂ ਜੀਉ ਲੁਭਤ ਹੈ। ਇਹ ਕੰਚਨ ਨਾਰੀ ਸਰੀਰ ਨੂੰ ਕਿਹਾ, ਕਹਿੰਦੇ ਇਹਦੇ ਵਿੱਚ ਇੱਕ ਜਿੰਦ ਰਹਿੰਦੀ ਹੈ ਜਿਹੜੀ ਲੋਭ 'ਚ ਫਸੀ ਹੋਈ ਹੈ। ਸਾਰਾ ਦਰਸ ਉਸ ਸ਼ਬਦ ਦੇ ਵਿੱਚ ਮਹਾਰਾਜ ਕਹਿੰਦੇ, ਜਿਸ ਨੇ ਅੰਨ ਪਾਣੀ ਦਿੱਤਾ, ਇਹ ਸਾਰੀਆਂ ਚੀਜ਼ਾਂ ਦਿੱਤੀਆਂ, ਤੇ ਤੂੰ ਕਦੀ ਉਸਨੂੰ ਯਾਦ ਨਹੀਂ ਕੀਤਾ, ਉਸ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ। ਗੁਰਬਾਣੀ ਦੇ ਸ਼ਬਦ ਪੜ੍ਹੀਏ, ਮੇਰੇ ਰਾਮ ਹੈ ਮੇਰੇ ਪਰਮਾਤਮਾ, ਸਾਡੇ ਵਿੱਚ ਕਿਤਨੇ ਔਗੁਣ ਨੇ। ਜਾਂ ਮਹਾਰਾਜ ਕਹਿੰਦੇ ਨੇ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਨ ਕੀ ਭਾਉ ਭਗਤ ਨਾ ਸਾਦੀ। ਹੇ ਪਰਮਾਤਮਾ, ਅਸੀਂ ਐਸੇ ਅਪਰਾਧੀ ਹਾਂ ਜਿਸ ਪਰਮਾਤਮਾ ਨੇ ਇਹ ਜਿੰਦ, ਇਹ ਸਰੀਰ, ਇਹ ਪਿੰਡ ਦਿੱਤਾ, ਅਸੀਂ ਇਹੋ ਜਿਹੇ ਅਪਰਾਧੀਆਂ ਉਹਦੀ ਪ੍ਰੇਮਾ ਭਗਤੀ ਨਹੀਂ ਕੀਤੀ। ਜਾਂ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਸਰੀਰਾ ਮੇਰੇ ਇਸ ਜਗ ਮੈਂ ਆਇਕ ਹੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਇਹ ਗੁਰਬਾਣੀ ਸਾਡੀ ਪਿਕਚਰ ਸਾਹਮਣੇ ਰੱਖਦੀ ਹੈ। ਉਸ ਜਫਰਨਾਮੇ ਨੇ ਔਰੰਗਜ਼ੇਬ ਦੀ ਪਿਕਚਰ ਉਸਦੇ ਸਾਹਮਣੇ ਰੱਖੀ। ਉਸਨੇ ਫਿਰ ਵਸੀਅਤਨਾਮੇ 'ਚ ਲਿਖਿਆ, ਕਹਿੰਦੇ ਨੇ, ਮੇਰੀ ਆਤਮਾ ਫਿਟਕਾਰ ਕੇ ਮੈਨੂੰ ਕਹਿ ਰਹੀ ਹੈ ਕਿ ਮੈਂ ਗੁਨਾਹਗਾਰ ਹਾਂ। ਕਬਰ ਦੇ ਨੇੜੇ ਤੇੜੇ ਕੋਈ ਦਰਖਤ ਨਾ ਲਾਉਣਾ। ਔਰੰਗਜ਼ੇਬ ਲਿਖ ਰਿਹਾ ਆਪਣੀ ਵਸੀਅਤ ਦੇ ਵਿੱਚ ਕਿ ਮੇਰੀ ਕਬਰ ਦੇ ਨੇੜੇ ਤੇੜੇ ਕੋਈ ਦਰਖਤ ਨਾ ਲਾਣਾ। ਅਕਸਰ ਜਿਹੜੇ ਚੰਗੇ ਮੁਸਲਮਾਨ ਹੁੰਦੇ ਨੇ ਤੇ ਉਹਨਾਂ ਦੀ ਕਬਰ ਦੇ ਨੇੜੇ ਰੁੱਖ ਲਾਇਆ ਜਾਂਦਾ ਹੈ ਤਾਂ ਕਿ ਲੋਕ ਉਸਦੀ ਛਾਂ ਮਾਣ ਸਕਣ। ਕਦੇ ਕਬਰਿਸਤਾਨ 'ਚ ਆਣ ਤੇ ਉਹਦੀ ਛਾਂ ਥੱਲੇ ਬੈਠ ਸਕਣ।
जिसने पूरी जिंदगी बंदे ने चंगे काम किए, लोगों को छां दी, मरण तो बाद भी उसकी कबर के नेड़े एक रुख लाया जाता है कि उसके शरीर की मिट्टी के राही वो एनर्जी लैके लोगों को छां देवे। एक उन्होंने एक भावना है मुसलमानों के अंदर, क्योंकि शरीर की जी मिट्टी है वो मिट्टी हो जाती है कबर में दफनाने तो बाद, उसके जी एनर्जी मिले फिर रुख वो छां देवे, प्रफुल्लित होवे। तो औरंगजेब लिखता है कि कबर के नेड़े तेड़े कोई रुख ना लाना, मेरे जैसे पापी नूं कोई हक नहीं कि उसकी लाश दरखत की ठंडी छां माण सके और दूजा नूं ठंडी छां दे सके। भी मैनू कोई हक नहीं कि मेरी जिहड़ी ये कबर है ये कड़ी ठंडी छां माण सके और दूजा नूं ठंडी छां मिल सके, इस करके उत्थे कोई रुख ना लाना। अंत विच लिखदा है कि रब किसी नूं बादशाह ना बनाए। औरंगजेब अपनी वसीयत च लिखदा है कि रब किसी नूं बादशाह ना बनाए। इस करके गुरबाणी का एक बड़ा प्यारा फरमान है, महाराज कहते ने, कहते जो सुख प्रभु गोबिंद की सेवा सो सुख राज ना लईए। जिहड़ा सुख गोबिंद की सेवा विच है वो राजपाट विच नहीं है। गुरबाणी ने तो सानू सारा दृश्य दिखा दिता भी जिहड़ा सुख परमात्मा की सेवा विच, गोबिंद की सेवा विच, वो तो राजपाट दे विच भी नहीं है। तो औरंगजेब कहता है, कहते रब किसी नूं बादशाह ना बनाए। बादशाह दुनिया तो सब तो बद वक्त बंदा हुंदा है, बदकिस्मत बंदा हुंदा है। भी बादशाह जिहड़ा हुंदा ना उस तो भैड़ी किस्मत किसी दी नहीं हुंदी, सब तो भैड़ी किस्मत का इंसान कोई हुंदा तो वह बादशाह हुंदा। औरंगजेब लिख रहा अपनी वसीयत के अंदर। इसका अर्थ ये होया कि उसनूं एहसास होया कि मैं कितना बद वक्त हाँ कि मैं बादशाह बनया पर बादशाह वाला कोई काम ना किया। इसका अर्थ है कि ये जितनी भी वड्डी पदवियां असीं लोग लोचते हाँ, असीं पाप करते हाँ, जाके बड़े बड़े बंदियां नूं मिलते हाँ, तरले लैंदे हाँ भी सानू ये पदवी दिवा दो, सानू ये पदवी दिवा दो। इसका अर्थ है कि असीं अपने जीवन नूं खत्म कर रहे हाँ, अपने जीवन नूं सच दे रस्ते तो थिड़का रहे हाँ, पदवियां दे भुखे होण करके। पदवियां हमेशा सानू देखदियां ने धर्म तो, ईमानदारी तो, सच तो, परोपकार तो, सेवा तो, क्योंकि साड़ी सोच उस दे विच आके ना, राजनीति विच आके वो छोटी हो जाती है, असी सकी बन जाते हैं। इस करके औरंगजेब बादशाह ये गल कहता है कि रब किसी नूं बादशाह ना बनाए। बादशाह दुनिया का सब तो वध वक्त बंदा हुंदा है। रब वास्ते मेरे पापां का जिक्र ना किया जाए। पाओ कि वो कहता है भी मैं रब का वास्ता पाना है भी मेरे पापां का जिक्र ना किया जाए, मेरी जिंदगी अजाई गई, मेरी जिंदगी की कोई कहानी ना दसी जाए। वो अपनी इस कहानी विच लिखता है कि कोई मेरी जिंदगी चंगी सुनाने वाली नहीं है, कोई उस दे विचों चंगी प्रेरणा नहीं लैगा, सगों उहदे विचों कोई मेरे वर्गा बादशाह तो पैदा हो सकता है, पर कोई चंगा इंसान, चंगा राजा पैदा नहीं हो सकता। इस करके मेरी कहानी किसी नूं ना दसी जाए, मेरे जिहड़े गुणां ने वो किसी नूं ना दसे जाण। हो सकता है कई बारी मेरी गल्लां सुन के औरंगजेब ने यह कीता वो कीता, किसी दे उत्ते परछावां ना पै जाए, वो भी मेरे वर्गे कर्म ना करे। और तुसीं वेखो औरंगजेब ने यह गल लिखी ते आप वो अपने स्वास छड़ दिंदा है। भावें वो जिहड़े हुक्म है वो सारे पासे भेजदा है, सरहद के नवाब नूं भी वो हुक्म भेजदा है, लाहौर नूं भी भेजदा है, दिल्ली के सूबे नूं भी भेजदा है, और जिहड़े पहाड़ी राजे ने उन्होंने भी हुक्म भेजदा औरंगजेब। ये सारी जिहड़ी चिट्ठी ना वो भेजदा है जिहड़ी उसने लिखी सी, और भाई दया सिंह हुणां नूं जिहड़ी दित्ती सी भी इन्हां नूं रोकिया ना जाए। जो भाई दया सिंह जो जफरनामा दे के मुड़ रहे ने तो उस वेले एक चिट्ठी दित्ती सी, ते वो चिट्ठी जिहड़ी है औरंगजेब ने सारे सूबियां नूं दित्ती सी भी गुरु साहब जी जिथे जाना चाहन उत्थे जा सकते हैं, इन्हां दी हवा वल भी ना वेख्या जाए, इन्हां नूं रोकिया ना जाए। वो चिट्ठी दिल्ली के सूबे नूं भी आई, वो चिट्ठी वजीर खान दे कोल भी पहुंची, लाहौर के सूबे नूं भी, कश्मीर के सूबे नूं, सारे पासे गईयां। फिर भी जिहड़ा वजीर नवाब वजीर खान सी उसने फिर सतगुर दे उत्ते चढ़ाई कर दी, और वो मुक्तसर की जंग हुंदी है,
ਉਹ ਅਗਲੇ ਪ੍ਰਸੰਗ ਵਿੱਚ ਆਪਾਂ ਸਰਵਣ ਕਰਾਂਗੇ ਕਿ ਮੁਕਤਸਰ ਦੀ ਜੰਗ ਹੋਈ, ਇਸ ਨੇ ਕਿਉਂ ਚੜ੍ਹਾਈ ਕੀਤੀ, ਉਸ ਦਾ ਜਿਹੜਾ ਕਾਰਨ ਹੈ ਉਹ ਆਪਾਂ ਅੱਗੇ ਸਮਝਣ ਦਾ ਯਤਨ ਕਰਾਂਗੇ। ਕਿਉਂਕਿ ਅਸਲ ਵਿੱਚ